ਇੱਥੇ ਬੀਨੂ ਗੋਇਲ ਹੈ ਕੋਈ ਔਰਤ ਹੈ ਬਠਿੰਡੇ ਦੀ ਜਿਹੜੀ ਆਪਦੇ ਆਪ ਨੂੰ ਸਮਾਜ ਸੇਵੀ ਕਹਿੰਦੀ ਹੈ ਵੀ ਬੀਜੇਪੀ ਸੀ ਜਿਉਂਦੀ ਕਰਨੀ ਹੈ ਪੰਜਾਬ 'ਚ ਖਾਸ ਕਰਕੇ ਇਹ ਉਹਦੀ ਮੋਹਰਾ ਬਣ ਰਹੀ ਹੈ ਜਿਹੜੀ ਅੰਦਰ ਬੈਠੀ ਹੈ ਹੁਣ ਉਹਨੇ ਬੀਜੇਪੀ ਜਿੰਦਾਬਾਦ ਦੇ ਨਾਅਰੇ ਲਾਏ ਆ ਨਾਲ ਇਹ ਕਿਹਾ ਵੀ ਮੈਂ ਦੇਖਦੀ ਹਾਂ ਕਿਸਾਨ ਕੌਣ ਹੈ ਜਿਹੜੇ ਮੈਨੂੰ ਰੋਕਣ ਵਾਲੇ ਹੁੰਦੇ ਆ ਇਹ ਤਾਂ ਕਿਸਾਨ ਨਹੀਂ ਸ਼ਰਾਰਤੀ ਅਨਸਰ ਹੈ ਤਾਂ ਇੱਥੋਂ ਨਹੀਂ ਗੋਇਲ ਸਾਹਿਬ ਅਸੀਂ ਮੋਹਰ ਲਵਾਉਣੀ ਆਪਦੇ ਮੱਥੇ ਦੇ ਉੱਤੇ ਅਸੀਂ ਕਿਸਾਨ ਆ ਕਿਸਾਨ ਰਹਾਂਗੇ ਲਗਭਗ ਸਾਲ ਹੋ ਗਿਆ ਸਾਨੂੰ ਦਿੱਲੀ ਦੇ ਬਾਰਡਰਾਂ ਤੇ ਬੈਠਿਆਂ ਨੂੰ ਅਨੇਕਾਂ ਸਾਡੀਆਂ ਜਾਨਾਂ ਗਈਆਂ ਅਸੀਂ ਮੁੜੇ ਨਹੀਂ ਵਾਪਸ ਨਹੀਂ ਹੋਏ ਹੈਗੇ ਜਿੰਨਾ ਚਿਰ ਇਹ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਉਹਨਾਂ ਚਿਰ ਬੀਜੇਪੀ ਨੂੰ ਤਾਂ ਵੜਨ ਕੀ ਦੇਣਾ ਜਿਹੜੀ ਆ ਬੀਨੂ ਗੋਇਲ ਦਾ ਸਾਨੂੰ ਪਤਾ ਹੀ ਹੋਣ ਲੱਗਿਆ ਵੀ ਇਹ ਖਾਸੀ ਵੱਡੀ ਆਪਦੇ ਆਪ ਨੂੰ ਆਗੂ ਕਹਾਉਂਦੀ ਹੈ ਨਾਲ ਸਮਾਜ ਸੇਵੀ ਵਾਲਾ ਟਿੱਕਾ ਲਾਇਆ ਹੋਇਆ ਨੇ ਆਪਦੇ ਮੱਥੇ ਤੇ ਸਾਡੇ ਮੱਥੇ ਤੇ ਮੋਹਰਾਂ ਨਕਸਲੀਆਂ ਦੀਆਂ ਅੱਤਵਾਦੀਆਂ ਦੀਆਂ ਲਾਉਣ ਵਾਲਿਆਂ ਨੂੰ ਦੇਖਾਂਗੇ ਆਉਣ ਵਾਲੇ ਦਿਨਾਂ 'ਚ ਇਹਨਾਂ ਦੇ ਜਿੰਨੇ ਸੰਸਥਾਵਾਂ ਚੱਲਦੀਆਂ ਇਹਦੀਆਂ ਆਪਦੀਆਂ 2-3 ਸਕੂਲ ਹੈ ਇਹ ਨਿਕਲ ਕੇ ਦਿਖਾਵੇ ਬਾਹਰ ਉਹਦੀ ਤਸੱਲੀ ਕਰਾਵਾਂਗੇ ਉਹਦੀ ਬੀਜੇਪੀ ਨਾਲੋਂ ਜਿਵੇਂ ਕਾਲੀਆਂ ਦੀ ਜੋਟੀ ਤੜਵਾਈ ਸੀ ਨਾ ਇਹਦੀ ਵੀ ਜੋਟੀ ਤੜਵਾਵਾਂਗੇ ਨਾਲ ਇਹਦੀ ਤਸੱਲੀ ਕਰਾ ਕੇ ਇਹਨੂੰ ਘਰੇ ਵੜ ਕੇ ਆਵਾਂਗੇ ਇਹਦਾ ਮਤਲਬ ਸਾਫ਼ ਹੈ ਉਹ ਆਪਦੀਆਂ ਜੜਾਂ ਲਾਉਣ ਵਾਸਤੇ ਆਉਂਦੇ ਆ ਉਹ ਲੋਕਾਂ ਨੂੰ ਚੋਗਾ ਪਾਉਣ ਵਾਸਤੇ ਆਉਂਦੇ ਆ ਸਾਡਾ ਇਸ ਗੱਲ 'ਚ ਬੀਜੇਪੀ ਨਾਲ ਵਿਰੋਧ ਹੈ ਜਿੰਨਾ ਚਿਰ ਖੇਤੀ ਵਿਰੋਧੀ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਬੀਜੇਪੀ ਵਾਲਿਆਂ ਨੂੰ ਪੈਰ ਨਹੀਂ ਧਰਨ ਦੇ ਪੰਜਾਬ ਦੀ ਧਰਤੀ ਤੇ ਜਿੱਥੇ ਮਰਜ਼ੀ ਭੱਜ ਲੈਣ ਸਰ ਇੱਥੇ ਸਾਨੂੰ ਜਿਹੜਾ ਇਵੈਂਟ ਆਰਗੇਨਾਈਜ਼ ਕਰਵਾਇਆ ਸੀ ਇਹਨਾਂ ਨੇ ਕਿ ਕੋਈ ਸਿੰਗਿੰਗ ਦਾ ਕੰਪੀਟੀਸ਼ਨ ਟਾਈਪ ਸਾਡਾ ਹੋ ਰਿਹਾ ਬੱਚਿਆਂ ਦਾ ਇਹ ਕਹਿ ਕੇ ਸਾਨੂੰ ਇੱਥੇ ਬੁਕਿੰਗ ਕਰਾਈ ਗਈ ਸੀ ਸਾਨੂੰ ਇਹ ਨਹੀਂ ਕਿਹਾ ਗਿਆ ਸੀ ਕੋਈ ਬੀਜੇਪੀ ਦਾ ਫੰਕਸ਼ਨ ਹੈ ਜਾਂ ਕੁਝ ਸਤਿ ਸ਼੍ਰੀ ਅਕਾਲ ਔਨ 에ਅਰ ਵੇਖ ਰਹੇ ਹੋ ਤੁਸੀਂ ਸਵਾਗਤ ਹੈ ਤੁਹਾਡਾ ਚੋਣ ਯਾਤਰਾ 2022 ਦੇ ਪ੍ਰੋਗਰਾਮ ਦੇ ਵਿੱਚ ਤੇ ਅੱਜ ਬਠਿੰਡਾ ਦੇ ਵਿੱਚ ਇੱਕ ਬੀਜੇਪੀ ਪਾਰਟੀ ਦੇ ਵੱਲੋਂ ਪ੍ਰੋਗਰਾਮ ਇੱਕ ਆਰਗੇਨਾਈਜ਼ ਕੀਤਾ ਗਿਆ ਸੀ ਤੇ ਜਿਸ ਤਰੀਕੇ ਦੇ ਨਾਲ ਜੋ ਕਿਸਾਨਾਂ ਦੇ ਵੱਲੋਂ ਬੀਜੇਪੀ ਪਾਰਟੀ ਦੇ ਪ੍ਰੋਗਰਾਮਸ ਦਾ ਲਗਾਤਾਰ ਵਿਰੋਧ ਕੀਤਾ ਜਾਂਦਾ ਤਾਂ ਉਸੇ ਦੀ ਕੜੀ ਦੇ ਵਿੱਚ ਅੱਜ ਬਠਿੰਡਾ ਦੇ ਵਿੱਚ ਵਿਰੋਧ ਕੀਤਾ ਜਾ ਰਿਹਾ ਹੈ ਇੱਕ ਬਠਿੰਡਾ ਦੇ ਨਿੱਜੀ ਪੈਲੇਸ ਦੇ ਬਾਹਰ ਇਹ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕੀ ਧਰਨਾ ਲੱਗਿਆ ਹੋਇਆ ਹੈ ਬੀਕੇਯੂ ਉਗਰਾਹਾ ਦੇ ਵੱਲੋਂ ਬੀਕੇਯੂ ਉਗਰਾਹਾ ਜਥੇਬੰਦੀ ਦੇ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਬੀਜੇਪੀ ਪਾਰਟੀ ਦੇ ਪ੍ਰੋਗਰਾਮ ਦਾ ਦੱਸਿਆ ਜਾ ਰਿਹਾ ਹੈ ਕਿ ਅੰਦਰ ਜੋ ਸਮਾਜ ਸੇਵੀ ਸੰਸਥਾ ਦੀ ਆਗੂ ਹੈ ਇੱਕ ਬੀਨੂ ਗੋਇਲ ਦੇ ਵੱਲੋਂ ਇਸ ਪ੍ਰੋਗਰਾਮ ਕੀਤਾ ਜਾ ਰਿਹਾ ਸੀ ਤੇ ਇੱਥੇ ਪੰਜਾਬ ਦੀ ਜੋ ਸੈਕਟਰੀ ਹੈ ਸੁਨੀਤਾ ਤੇ ਉਹਨਾਂ ਨੇ ਇੱਥੇ ਆਉਣਾ ਸੀਗਾ ਤੇ ਇਹ ਵੀ ਮਿਲੀ ਜਾਣਕਾਰੀ ਦੇ ਮੁਤਾਬਕ ਕਿ ਉੱਥੇ ਉਹਨਾਂ ਨੂੰ ਬੀਜੇਪੀ ਪਾਰਟੀ ਦੇ ਵਿੱਚ ਸ਼ਾਮਲ ਕੀਤਾ ਜਾਣਾ ਸੀਗਾ ਪਰ ਇੱਥੇ ਜਿਹੜੇ ਵੀ ਇਹ ਪ੍ਰੋਗਰਾਮ ਜਦੋਂ ਹੋਇਆ ਤੇ ਉਸ ਤੋਂ ਬਾਅਦ ਇਹ ਸ਼ੁਰੂ ਹੋਣ ਤੋਂ ਪਹਿਲਾਂ ਹੀ ਕਿਸਾਨ ਇੱਥੇ ਮੌਕੇ ਤੇ ਪਹੁੰਚ ਗਏ ਉੱਥੇ ਵਿਰੋਧ ਕੀਤਾ ਗਿਆ ਹਰਜਿੰਦਰ ਬੰਗੀ ਜੀ ਨੇ ਉਹਨਾਂ ਦੇ ਵੱਲੋਂ ਅਸੀਂ ਜਾਣਕਾਰੀ ਲੈ ਲੈਣੇ ਪੂਰੀ ਬੰਗੀ ਸਾਹਿਬ ਕੀ ਇੱਥੇ ਜਿਹੜਾ ਵਿਰੋਧ ਕੀਤਾ ਗਿਆ ਕੌਣ ਨੇ ਅੰਦਰ ਕੀ ਕਹਾਣੀ ਹੈ ਇੱਥੇ ਬੀਨੂ ਗੋਇਲ ਹੈ ਕੋਈ ਔਰਤ ਹੈ ਬਠਿੰਡੇ ਦੀ ਜਿਹੜੀ ਆਪਦੇ ਆਪ ਨੂੰ ਸਮਾਜ ਸੇਵੀ ਕਹਿੰਦੀ ਹੈ ਉਹਨੇ ਅੱਜ ਪ੍ਰੋਗਰਾਮ ਲਿਖਿਆ ਵੀ ਬੀਜੇਪੀ ਸੀ ਜਿਉਂਦੀ ਕਰਨੀ ਹੈ ਪੰਜਾਬ 'ਚ ਖਾਸ ਕਰਕੇ ਇਹ ਉਹਦੀ ਮੋਹਰਾ ਬਣ ਰਹੀ ਹੈ ਜਿਹੜੀ ਅੰਦਰ ਬੈਠੀ ਹੈ ਹੁਣ ਪਹਿਲਾਂ ਕਹਿੰਦੀ ਸੀ ਇੱਥੇ ਕਾਰਡ ਬਾਹਰ ਭੇਜੇ ਵੀ ਸਾਡਾ ਤਾਂ ਪ੍ਰੋਗਰਾਮ ਨਹੀਂ ਇਸ ਤਾਂ ਸਮਾਜ ਸੇਵੀ ਆ ਅੰਦਰ ਜਦੋਂ ਸਾਡੇ ਪ੍ਰੈਸ ਵਾਲੇ ਭਰਾ ਗਏ ਆ ਸੁਬਾਹ ਅਸੀਂ ਨਿਗਾਹਤੇ ਸੀ ਉਹਨੇ ਬੀਜੇਪੀ ਜਿੰਦਾਬਾਦ ਦੇ ਨਾਅਰੇ ਲਾਏ ਆ ਨਾਲ ਇਹ ਕਿਹਾ ਵੀ ਮੈਂ ਦੇਖਦੀ ਹਾਂ ਕਿਸਾਨ ਕੌਣ ਹੈ ਜਿਹੜੇ ਮੈਨੂੰ ਰੋਕਣ ਵਾਲੇ ਹੁੰਦੇ ਆ ਇਹ ਤਾਂ ਕਿਸਾਨ ਨਹੀਂ ਸ਼ਰਾਰਤੀ ਅਨਸਰ ਹੈ ਤਾਂ ਇੱਥੋਂ ਨਹੀਂ ਗੋਇਲ ਸਾਹਿਬ ਅਸੀਂ ਮੋਹਰ ਲਵਾਉਣੀ ਆਪਦੇ ਮੱਥੇ ਦੇ ਉੱਤੇ ਅਸੀਂ ਕਿਸਾਨ ਆ ਕਿਸਾਨ ਰਹਾਂਗੇ ਲਗਭਗ ਸਾਲ ਹੋ ਗਿਆ ਸਾਨੂੰ ਦਿੱਲੀ ਦੇ ਬਾਰਡਰਾਂ ਤੇ ਬੈਠਿਆਂ ਨੂੰ ਅਨੇਕਾਂ ਸਾਡੀਆਂ ਜਾਨਾਂ ਗਈਆਂ ਅਸੀਂ ਮੁੜੇ ਨਹੀਂ ਵਾਪਸ ਨਹੀਂ ਹੋਏ ਹੈਗੇ ਤੁਸੀਂ ਭੁੱਲ ਜਾਓ ਬੀਜੇਪੀ ਵਾਲੇ ਵੀ ਤੁਸੀਂ ਜਿੰਨਾ ਚਿਰ ਖੇਤੀ ਕਾਨੂੰਨ ਰੱਦ ਨਹੀਂ ਕਰਦੇ ਤੁਸੀਂ ਹਿੰਦੁਸਤਾਨ ਦੀ ਧਰਤੀ ਤੇ ਮੌਜ ਨਾਲ ਤੁਰੇ ਫਿਰੋ ਖਾਸ ਕਰਕੇ ਪੰਜਾਬ ਦੀ ਧਰਤੀ ਤੇ ਐਲਾਨੀਏ ਸਾਡੀ ਜਥੇਬੰਦੀ ਭਾਰਤੀ ਕਿਸਾਨ ਅੰਦੋਲਨ ਏਕਤਾ ਗਰਾਹਾਂ ਵੱਲੋਂ ਜਿੰਨਾ ਚਿਰ ਇਹ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਉਹਨਾਂ ਚਿਰ ਬੀਜੇਪੀ ਨੂੰ ਤਾਂ ਵੜਨ ਕੀ ਦੇਣਾ ਜਿਹੜੀ ਆ ਬੀਨੂ ਗੋਇਲ ਦਾ ਸਾਨੂੰ ਪਤਾ ਹੀ ਹੋਣ ਲੱਗਿਆ ਵੀ ਇਹ ਖਾਸੀ ਵੱਡੀ ਆਪਦੇ ਆਪ ਨੂੰ ਆਗੂ ਕਹਾਉਂਦੀ ਹੈ ਨਾਲ ਸਮਾਜ ਸੇਵੀ ਵਾਲਾ ਟਿੱਕਾ ਲਾਇਆ ਹੋਇਆ ਨੇ ਆਪਦੇ ਮੱਥੇ ਤੇ ਸਾਡੇ ਮੱਥੇ ਤੇ ਮੋਹਰਾਂ ਨਕਸਲੀਆਂ ਦੀਆਂ ਅੱਤਵਾਦੀਆਂ ਦੀਆਂ ਲਾਉਣ ਵਾਲਿਆਂ ਨੂੰ ਦੇਖਾਂਗੇ ਆਉਣ ਵਾਲੇ ਦਿਨਾਂ 'ਚ ਇਹਨਾਂ ਦੇ ਜਿੰਨੇ ਸੰਸਥਾਵਾਂ ਚੱਲਦੀਆਂ ਇਹਦੀਆਂ ਆਪਦੀਆਂ 2-3 ਸਕੂਲ ਹੈ ਇਹ ਨਿਕਲ ਕੇ ਦਿਖਾਵੇ ਬਾਹਰ ਕੱਲ ਤੋਂ ਲਗਾਤਾਰ ਅਸੀਂ ਇਹਦਾ ਮਗਰਾ ਕਰਾਂਗੇ ਜੀ ਹੁਣ ਅੰਦਰ ਬੈਠੇ ਨੇ ਅੰਦਰ ਬੈਠੇ ਆ ਜੀ ਨਾਲ ਲਲ ਕਰਕੇ ਕਹਿ ਰਹੇ ਹੈ ਵੀ ਇਹ ਕਿਸਾਨ ਮੈਨੂੰ ਰੋਕ ਕੇ ਦਿਖਾਉਣ ਸੁਬਾਹ ਦੀ ਗੱਲ ਹੈ ਇਹ ਹੁਣ ਲਗਭਗ 1 ਵਜਣ ਵਾਲਾ ਹੈ ਉਸ ਗੱਲ ਨੂੰ 4-5 ਘੰਟੇ ਹੋ ਗਏ ਜਦੋਂ ਦੀ ਉਹ ਕਹਿ ਰਹੀ ਹੈ ਪਰ ਅੰਦਰੋਂ ਬਾਹਰ ਨਹੀਂ ਆਈ ਹੈਗੀ ਤੁਸੀਂ ਕਦੋਂ ਤੱਕ ਬੈਠੋਗੇ ਇੱਥੇ ਕਿਉਂਕਿ ਜੇ ਉਹ ਤੁਸੀਂ ਜਾਓਗੇ ਤਾਂ ਉਹ ਬਾਹਰ ਆਉਣਗੇ ਫਿਰ ਜਦੋਂ ਤੱਕ ਇਹ ਪ੍ਰੋਗਰਾਮ ਮੁਲਤਵੀ ਨਹੀਂ ਹੋ ਜਾਂਦਾ ਜਦੋਂ ਤੱਕ ਇਹ ਸਾਰਾ ਕੁਝ ਸਾਫ਼ ਨਹੀਂ ਹੁੰਦਾ ਅੰਦਰੋਂ ਉਹਨਾਂ ਚਿਰ ਅਸੀਂ ਦੇ ਗੇਟ ਆਏ ਘੇਰ ਕੇ ਰੱਖਾਂਗੇ ਜੇ ਬਾਹਰ ਆਉਂਦੇ ਵੀ ਆ ਤਾਂ ਫਿਰ ਕਿੱਦਾਂ ਉਹ ਕਰੋਗੇ ਵਿਰੋਧ ਕਿੱਦਾਂ ਕਰੋਗੇ ਬਾਹਰ ਉਹਦੀ ਤਸੱਲੀ ਕਰਾਵਾਂਗੇ ਉਹਦੀ ਬੀਜੇਪੀ ਨਾਲੋਂ ਜਿਵੇਂ ਕਾਲੀਆਂ ਦੀ ਜੋਟੀ ਤੜਵਾਈ ਸੀ ਨਾ
ਇਹਦੀ ਵੀ ਜੋਟੀ ਤੜਵਾਵਾਂਗੇ, ਨਾਲ ਇਹਦੀ ਤਸੱਲੀ ਕਰਾ ਕੇ ਇਹਨੂੰ ਘਰੇ ਵਾੜ ਕੇ ਆਵਾਂਗੇ। ਹਰਜਿੰਦਰ ਜੀ, ਪਤਾ ਲੱਗਿਆ ਸੀ ਸੂਤਰਾਂ ਤੋਂ ਕਿ ਇੱਥੇ ਬੀਜੇਪੀ ਪਾਰਟੀ ਦੇ ਜਿਹੜੇ ਸੈਕਟਰੀ ਨੇ ਜਿਹੜੇ ਪੰਜਾਬ ਦੇ, ਉਹ ਇੱਥੇ ਆਉਣਾ ਸੀਗਾ ਤੇ ਇੱਥੇ ਟਿਕਟ ਅਨਾਉਂਸ ਕਰਨ ਦਾ ਵੀ ਇਹਨਾਂ ਨੇ ਦੱਸਿਆ ਸੀ। ਕੁਝ ਇਦਾਂ ਦਾ ਮਾਮਲਾ ਹੈ? ਕੁਝ ਹੈ ਤੁਹਾਡਾ ਜ਼ਿਹਨ ਦੇ ਵਿੱਚ ਕੋਈ ਇਦਾਂ ਦਾ ਪ੍ਰੋਗਰਾਮ ਸੀ? ਦੇਖੋ, ਜੇ ਹੁਣ ਕਿਸੇ ਪਾਰਟੀ ਨੇ ਆਉਣਾ ਹੈ, ਇਹਦਾ ਮਤਲਬ ਸਾਫ਼ ਹੈ, ਉਹ ਆਪਦੀਆਂ ਜੜਾਂ ਲਾਉਣ ਵਾਸਤੇ ਆਉਂਦੇ ਆ, ਉਹ ਲੋਕਾਂ ਨੂੰ ਚੋਗਾ ਪਾਉਣ ਵਾਸਤੇ ਆਉਂਦੇ ਆ। ਸਾਡਾ ਇਸ ਗੱਲ 'ਚ ਬੀਜੇਪੀ ਨਾਲ ਵਿਰੋਧ ਹੈ। ਜਿੰਨਾ ਚਿਰ ਖੇਤੀ ਵਿਰੋਧੀ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ, ਬੀਜੇਪੀ ਵਾਲਿਆਂ ਨੂੰ ਪੈਰ ਨਹੀਂ ਧਰਨ ਦੇ ਪੰਜਾਬ ਦੀ ਧਰਤੀ ਤੇ, ਜਿੱਥੇ ਮਰਜ਼ੀ ਭੱਜ ਲੈਣ। ਤੇ ਹੁਣ ਜਿਹੜੇ ਅੰਦਰ ਕੋਈ ਮਜ਼ਦੂਰ ਜਾਂ ਕੋਈ ਹੋਰ ਵੀ ਲੋਕ ਬੈਠੇ ਨੇ, ਕੋਈ ਜਿਹੜੇ ਇਹਦੇ ਸਮਰਥਨ ਦੇ ਵਿੱਚ ਆਏ ਨੇ? ਦੇਖੋ, ਜਿਹੜੇ ਮਜ਼ਦੂਰ ਕੰਮਕਾਰ ਵਾਲੇ ਸੀ ਜਾਂ ਕੋਈ ਦਿਹਾੜੀ ਵਾਲੇ ਆਏ ਸੀ, ਉਹ ਸਾਡੇ ਨਾਲ ਸੁਬਾਹ ਹੀ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਘਰਾਓ ਹੋ ਗਿਆ, ਉਹ ਬਾਹਰ ਆਏ ਗੇਟ ਤੇ, ਉਹ ਕਹਿਣ ਲੱਗੇ ਵੀ ਅਸੀਂ ਤਾਂ ਮਜ਼ਦੂਰਾਂ ਦਿਹਾੜੀ ਵਾਲੇ ਆ। ਅਸੀਂ ਉਹਨਾਂ ਨੂੰ ਉਦੋਂ ਬਾਹਰ ਕੱਢਤਾ ਸੀ, ਜਿਹੜਾ ਵੀ ਜਾਣਾ ਚਾਹੁੰਦਾ ਸੀ। ਜੇ ਕੋਈ ਅੰਦਰ ਬੈਠਾ ਰਹੇ, ਮਜ਼ਦੂਰਾਂ ਨਾਲ ਸਾਡੀ ਲੜਾਈ ਨਹੀਂ। ਹੁਣ ਅੰਦਰ ਉਹੀ ਇਕੱਲੇ ਹੀ ਨੇ? ਦੇਖੋ, ਉਹਦੇ ਨਾਲ ਕੋਈ ਹੋਰ ਹੋ ਸਕਦਾ। ਸਾਨੂੰ ਇਸ ਗੱਲ ਦੀ ਗਾਰੰਟੀ ਹੈ ਵੀ ਬੀਨੂ ਗੋਇਲ ਹੈ ਜਿਹੜੀ, ਉਹ ਅੰਦਰ ਬੈਠੀ ਆ। ਤਾਂ ਤੁਸੀਂ ਵੇਖ ਸਕਦੇ ਹੋ ਕਿ ਅੱਜ ਬਠਿੰਡਾ ਦੇ ਵਿੱਚ ਇਹ ਜਿਹੜਾ BKU ਉਗਰਾਹਾ ਜਥੇਬੰਦੀ ਦੇ ਵੱਲੋਂ ਜੋ ਬੀਜੇਪੀ ਪਾਰਟੀ ਦਾ ਇੱਕ ਪ੍ਰੋਗਰਾਮ ਹੋਣਾ ਸੀਗਾ, ਉਸ ਦਾ ਡਟਵਾਂ ਵਿਰੋਧ ਕੀਤਾ ਗਿਆ। ਇਹ ਜਾਣਕਾਰੀ ਦਿੱਤੀ ਹੈ ਕਿ ਜਿਹੜੀ ਇੱਥੇ ਇੱਕ ਸਮਾਜ ਸੇਵੀ ਸੰਸਥਾ ਦੇ ਨਾਲ ਜੁੜੀ ਹੋਈ ਜੋ ਬੀਨੂ ਗੋਇਲ ਨੇ, ਉਹ ਬੀਜੇਪੀ ਪਾਰਟੀ ਨਾਲ ਵੀ ਤਾਲੁਕਾਤ ਰੱਖਦੇ ਨੇ ਤੇ ਉਸ ਦਾ ਅੱਜ ਬੀਜੇਪੀ ਪਾਰਟੀ ਦਾ ਇੱਕ ਪ੍ਰੋਗਰਾਮ ਹੋਣਾ ਸੀ, ਜਿਸ ਦਾ ਵਿਰੋਧ ਕੀਤਾ ਗਿਆ। ਤੇ ਜਿਸ ਤਰੀਕੇ ਨਾਲ ਖੇਤੀ ਕਾਨੂੰਨ ਜਦੋਂ ਤੱਕ ਰੱਦ ਨਹੀਂ ਹੋਣਗੇ, ਇਸੇ ਤਰੀਕੇ ਨਾਲ ਨਾ ਸਿਰਫ ਪੰਜਾਬ, ਪੂਰੇ ਦੇਸ਼ ਦੇ ਵਿੱਚ ਇਸੇ ਤਰੀਕੇ ਨਾਲ ਕਿਸਾਨਾਂ ਦੇ ਵੱਲੋਂ ਲਗਾਤਾਰ ਬੀਜੇਪੀ ਪਾਰਟੀ ਦਾ ਪ੍ਰੋਗਰਾਮਾਂ ਦਾ ਵਿਰੋਧ ਕੀਤਾ ਜਾਵੇਗਾ। ਤੇ ਮੰਗ ਇੱਕੋ ਹੀ ਹੈ ਕਿ ਜੇਕਰ ਵਿਰੋਧਤਾ ਛੱਡਵਾਉਣਾ ਚਾਹੁੰਦੇ ਨੇ ਤਾਂ ਉਸ ਦੇ ਲਈ ਖੇਤੀ ਕਾਨੂੰਨ ਰੱਦ ਕਰਨੇ ਪੈਣਗੇ, ਕਿਉਂਕਿ ਬੀਜੇਪੀ ਪਾਰਟੀ ਨੂੰ ਇਸ ਦਾ ਖਮਿਆਜ਼ਾ ਪਹਿਲਾਂ ਭੁਗਤਣਾ ਪਿਆ। ਜੋ ਜਿਮਨੀ ਚੋਣਾਂ ਹੋਈਆਂ ਸੀ, ਉਸ ਦੇ ਵਿੱਚ ਬੀਜੇਪੀ ਪਾਰਟੀ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪਿਆ ਸੀਗਾ ਤੇ ਉਸ ਤੋਂ ਬਾਅਦ ਹੁਣ ਸਰਕਾਰ ਦੇ ਲਈ ਇੱਕ ਵੱਡੀ ਚੁਣੌਤੀ ਇਹ ਖੇਤੀ ਕਾਨੂੰਨ ਬਣਦੇ ਹੋਏ ਜਾ ਰਹੇ ਨੇ ਤੇ ਕਿਸਾਨਾਂ ਦਾ ਜਿਹੜਾ ਵਿਰੋਧ ਹੈ ਉਹ ਲਗਾਤਾਰ ਆਏ ਦਿਨ ਤਿੱਖਾ ਹੁੰਦਾ ਜਾ ਰਿਹਾ ਹੈ। ਇਸ ਨੂੰ ਲੈ ਕੇ ਜਿਹੜਾ ਅੱਜ ਦਾ ਪ੍ਰੋਗਰਾਮ ਹੈ, ਉਸ ਨੂੰ ਲੈ ਕੇ ਅਸੀਂ ਅੱਜ ਬੀਨੂ ਗੋਇਲ ਦੇ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ ਕਿ ਅੱਜ ਕੀ ਪ੍ਰੋਗਰਾਮ ਸੀ ਤੇ ਕਿਸ ਤਰੀਕੇ ਦੇ ਨਾਲ ਉਹਨਾਂ ਦਾ ਅੱਜ ਵਿਰੋਧ ਹੋਇਆ ਹੈ। ਤਾਂ ਅਸੀਂ ਉਸ ਪ੍ਰੋਗਰਾਮ ਜੋ ਬੀਜੇਪੀ ਪਾਰਟੀ ਦੇ ਵੱਲੋਂ ਕੀਤਾ ਜਾਣਾ ਸੀਗਾ, ਸਮਾਜ ਸੇਵੀ ਸੰਸਥਾ ਦੇ ਜਿਹੜੀ ਆਗੂ ਨੇ ਬੀਨੂ ਗੋਇਲ, ਜਿਨ੍ਹਾਂ ਦੇ ਵੱਲੋਂ ਇਹ ਪ੍ਰੋਗਰਾਮ ਇਵੈਂਟ ਦਾ ਆਰਗੇਨਾਈਜ਼ ਕੀਤਾ ਜਾਣਾ ਸੀਗਾ, ਜਿੱਥੇ ਬੀਜੇਪੀ ਪਾਰਟੀ ਦੀ ਜਿਹੜੀ ਪੰਜਾਬ ਦੀ ਸੈਕਟਰੀ ਆ ਉੱਥੇ ਇਹਨਾਂ ਨੇ ਪਹੁੰਚਣਾ ਸੀਗਾ। ਉਹ ਅਸੀਂ ਉਸ ਪੈਲਸ ਦੇ ਵਿੱਚ ਪਹੁੰਚੇ ਹਾਂ ਜਿੱਥੇ ਪ੍ਰੋਗਰਾਮ ਹੋਣਾ ਸੀਗਾ। ਤਸਵੀਰਾਂ ਦੇ ਵਿੱਚ ਦੇਖੋ ਕਿ ਇੱਥੇ ਪੋਸਟਰ ਲੱਗਿਆ ਹੋਇਆ ਹੈ। ਪੋਸਟਰ ਲੱਗਿਆ ਹੋਇਆਗਾ ਜ਼ਿਲ੍ਹਾ ਬਠਿੰਡਾ ਸੇਵਾ ਵਿੱਚ ਹਾਜ਼ਰ ਸਮਾਜ ਸੇਵੀ ਪ੍ਰਿੰਸੀਪਲ ਬੀਨੂ ਗੋਇਲ, ਤੇ ਉਹਨਾਂ ਦੇ ਵੱਲੋਂ ਇਸ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਕੀਤਾ ਜਾਣਾ ਸੀਗਾ, ਪਰ ਪ੍ਰੋਗਰਾਮ ਜਿਹੜਾ ਸੀਗਾ ਉਹ ਮੁਲਤਵੀ ਕਰ ਦਿੱਤਾ ਗਿਆ ਕਿਉਂਕਿ ਬੀਜੇਪੀ ਪਾਰਟੀ ਦਾ ਕਿਸਾਨਾਂ ਦੇ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਕਿਤੇ ਵੀ ਹੋਵੇ ਬੀਜੇਪੀ ਪਾਰਟੀ ਦਾ ਇਵੈਂਟਸ ਤਾਂ ਉਹਨਾਂ ਦਾ ਵਿਰੋਧ ਹੁੰਦਾ ਹੈਗਾ, ਤਾਂ ਉਸੇ ਤਰੀਕੇ ਦੇ ਨਾਲ ਅੱਜ ਬਠਿੰਡਾ ਦੇ ਵਿੱਚ ਜੋ ਇਵੈਂਟ ਹੋਣ ਜਾ ਰਿਹਾ ਸੀਗਾ ਉਸ ਦਾ ਵੀ ਵਿਰੋਧ ਹੋਇਆ, ਤਾਂ ਜਿਸ ਤੋਂ ਬਾਅਦ ਇਸ ਪੂਰੇ ਪ੍ਰੋਗਰਾਮ ਨੂੰ ਮੁਲਤਵੀ ਕਰਨਾ ਪਿਆਗਾ। ਇਸ ਪੈਲੇਸ ਦੇ ਵਿੱਚ ਹੁਣ ਫਿਲਹਾਲ ਕੋਈ ਵੀ ਨਜ਼ਰ ਨਹੀਂ ਆ ਰਿਹਾ। ਮੈਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗਾ। ਫਿਲਹਾਲ ਇਹ ਫਲੈਕਸ ਬੋਰਡ ਇਹਨਾਂ ਨੇ ਆਪਣੇ ਇਸ ਇਵੈਂਟਸ ਦੀ ਐਂਟਰੀ ਦੇ ਵਿੱਚ ਲਗਾਏ ਗਏ ਆ ਤੇ ਇੱਥੇ ਪ੍ਰੋਗਰਾਮ ਆਰਗੇਨਾਈਜ਼ ਹੋਣਾ ਸੀਗਾ। ਪੂਰਾ ਪੈਲੇਸ ਜਿਹੜਾ ਸੀਗਾ ਉਹ ਇੱਥੇ ਤਿਆਰੀਆਂ ਕੀਤੀਆਂ ਗਈਆਂ ਸੀਗੀਆਂ, ਬਟ ਹੁਣ ਤੁਸੀਂ ਦੇਖ ਸਕਦੇ ਹੋ ਕਿ ਇਸ ਪੈਲੇਸ ਦੇ ਵਿੱਚ ਹੁਣ ਨਾ ਤਾਂ ਕੋਈ ਕੁਰਸੀਆਂ ਨਜ਼ਰ ਆ ਰਹੀਆਂ ਨੇ। ਅੰਦਰ ਤੱਕ ਅਸੀਂ ਨਜ਼ਰ ਤੁਹਾਨੂੰ ਦਿਖਾ ਦਿੰਦੇ ਹਾਂ ਕਿ ਵੀ ਇਹ ਉਹ ਪੈਲੇਸ ਹੈ ਜਿੱਥੇ ਬੀਜੇਪੀ ਪਾਰਟੀ ਦਾ ਪ੍ਰੋਗਰਾਮ ਇਵੈਂਟ ਜੋ ਸੀਗਾ ਉਹ ਇੱਥੇ ਆਰਗੇਨਾਈਜ਼ ਕੀਤਾ ਜਾਣਾ ਸੀਗਾ, ਬਟ ਕਿਸਾਨਾਂ ਦੇ ਵਿਰੋਧ ਦੇ ਤੋਂ ਬਾਅਦ ਇਹ ਕੁਰਸੀਆਂ ਜਿਹੜੀ ਨੇ ਉਹ ਖਾਲੀ ਦੀ ਖਾਲੀ ਪਈਆਂ ਨੇ। ਇਹ ਸਾਰੇ ਪੂਰੇ ਇਵੈਂਟ ਨੂੰ ਆਰਗੇਨਾਈਜ਼ ਨੂੰ ਜਿਹੜਾ ਮੁਲਤਵੀ ਕਰ ਦਿੱਤਾ ਗਿਆ ਹੈ। ਇਹ ਤਸਵੀਰਾਂ ਤੁਹਾਨੂੰ ਅਸੀਂ ਔਨ 에ਅਰ ਤੇ ਦਿਖਾ ਰਹੇ ਹਾਂ, ਜਿਸ ਦੇ ਵਿੱਚ ਇਹ ਜੋ ਕਿਸਾਨਾਂ ਦੇ ਵੱਲੋਂ ਜੋ ਕੀਤਾ ਗਿਆ ਵਿਰੋਧ ਬੀਜੇਪੀ ਪਾਰਟੀ ਦੇ ਇਵੈਂਟ ਦਾ, ਤਾਂ ਉਸ ਤੋਂ ਬਾਅਦ ਇਹ ਪ੍ਰੋਗਰਾਮ ਨੂੰ ਮੁਲਤਵੀ ਕਰਨਾ ਪਿਆ ਉਹਨਾਂ ਨੂੰ। ਤੇ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਇਸ ਪੂਰੇ ਪੈਲੇਸ ਦੇ ਵਿੱਚ ਸਾਨੂੰ ਕਿਤੇ ਨਜ਼ਰ ਨਹੀਂ ਆ ਰਹੇ ਨੇ। ਤੇ ਜਦੋਂ ਕਿ ਕਿਸਾਨਾਂ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਉਹ ਜੋ ਬੀਨੂ ਗੋਇਲ ਨੇ ਉਹ ਇਸ ਪੈਲੇਸ ਦੇ ਵਿੱਚ ਹੀ ਨੇ ਤੇ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ, ਪਰ ਜਦੋਂ ਤੱਕ ਉਹ ਬੀਨੂ ਗੋਇਲ ਬਾਹਰ ਨਹੀਂ ਆਉਣਗੇ ਜਾਂ ਇਸ ਪ੍ਰੋਗਰਾਮ ਨੂੰ ਮੁਕੰਮਲ ਤੌਰ ਤੇ ਮੁਲਤਵੀ ਨਹੀਂ ਕੀਤਾ ਜਾਂਦਾ, ਤਾਂ ਉਹਨਾਂ ਦਾ ਵਿਰੋਧ ਅਸੀਂ ਇਸੇ ਤਰੀਕੇ ਦੇ ਨਾਲ ਲਗਾਤਾਰ ਕਰਦੇ ਰਹਾਂਗੇ। ਤਾਂ ਇਸ ਪ੍ਰੋਗਰਾਮ ਦੇ ਵਿੱਚ ਜੋ ਇਵੈਂਟ ਜੋ ਬੀਜੇਪੀ ਪਾਰਟੀ ਦਾ ਜੋ ਇਹ ਇਵੈਂਟ ਆਰਗੇਨਾਈਜ਼ ਹੋਣਾ ਸੀ, ਕਿਸਾਨਾਂ ਦੇ ਵੱਲੋਂ ਜੋ ਵਿਰੋਧ ਕੀਤਾ ਗਿਆ ਤੇ ਉਸ ਦੇ ਵਿੱਚ ਜਿਹੜੇ ਮਿਊਜ਼ੀਸ਼ੀਅਨ ਸੀਗੇ ਜਿਨ੍ਹਾਂ ਨੇ ਇੱਥੇ ਉਹ ਲਗਾਉਣਾ ਸੀਗਾ, ਸੈਟਅਪ ਲਗਾਉਣਾ ਸੀ ਮਿਊਜ਼ਿਕ ਦਾ, ਤੁਸੀਂ ਤੇ ਕੀ ਬਣਿਆ ਹੁਣ ਕੀ ਹੋਇਆ? ਸਰ ਉਹ ਪ੍ਰੋਗਰਾਮ ਕੈਂਸਲ ਹੋ ਗਿਆ, ਤਾਂ ਬਾਹਰ ਕਿਸਾਨਾਂ ਨੇ ਜਾਣ ਨਹੀਂ ਦਿੱਤਾ, ਇਸ ਕਰਕੇ ਅਸੀਂ ਵੀ ਫਸੇ ਬੈਠੇ। ਕਾਰਨ ਕੀ ਹੋਇਆ ਹੈਗਾ? ਕੁਝ ਸਮਝ ਚ ਆਇਆ ਕਿ ਇਹ ਪ੍ਰੋਗਰਾਮ ਕੀ ਸੀਗਾ, ਕਾਹਦਾ ਪ੍ਰੋਗਰਾਮ? ਸਾਨੂੰ ਨਹੀਂ ਪਤਾ, ਸਾਨੂੰ ਦੱਸਿਆ ਗਿਆ ਸੀਗਾ ਵੀ ਸੂਫੀਆ ਔਰ ਡਾਂਸਿੰਗ ਪ੍ਰੋਗਰਾਮ ਹੋਏਗਾ। ਇੱਥੇ ਆ ਕੇ ਪਤਾ ਲੱਗਿਆ ਵੀ ਬੀਜੇਪੀ ਦਾ ਪ੍ਰੋਗਰਾਮ ਹੈ। ਸਾਨੂੰ ਨਹੀਂ ਪਤਾ ਸੀ ਇਸ ਬਾਰੇ। ਅਸੀਂ ਤਾਂ ਸਾਨੂੰ ਮਿਊਜ਼ੀਸ਼ੀਅਨ ਹਾਇਰ ਕੀਤਾ, ਅਸੀਂ ਕਲਾਕਾਰ ਆ, ਜਿਹੜਾ ਬੁਲਾਵੇ ਸਾਨੂੰ ਜਾਣਾ ਪਊਗਾ, ਠੀਕ ਹੈ ਨਾ। ਇਸੇ ਕਰਕੇ ਸਾਨੂੰ ਇਸ ਬਾਰੇ ਨਹੀਂ ਨੌਲੇਜ ਵੀ ਇੱਥੇ ਕੀ ਹੋਣਾ ਕੀ ਨਹੀਂ ਹੋਣਾ। ਤਾਂ ਬਿਲਕੁਲ ਦੇਖੋ, ਇਹ ਮਿਊਜ਼ੀਸ਼ੀਅਨਸ ਨੇ, ਇਹਨਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਕਿ ਇਹ ਇਵੈਂਟ ਜੋ ਹੈ ਉਹ ਆਰਗੇਨਾਈਜ਼ ਕੀਤਾ ਗਿਆ ਸੀਗਾ, ਪਰ ਉਹਨਾਂ ਨੂੰ ਨਹੀਂ ਦੱਸਿਆ ਗਿਆ ਕਿ ਇਹ ਇਵੈਂਟ ਜਾਂ ਕਿਸੇ ਬੀਜੇਪੀ ਪਾਰਟੀ ਦਾ ਇਵੈਂਟ ਹੈ ਜਾਂ ਫਿਰ ਕਿਸੇ
ਪ੍ਰਕਾਰ ਦਾ ਹੋਰ ਇਹ ਪ੍ਰੋਗਰਾਮ ਹੈ, ਬਟ ਲੇਕਿਨ ਇੱਥੇ ਉਹਨਾਂ ਨੂੰ ਇਹ ਦੱਸਿਆ ਗਿਆ ਸੀਗਾ ਕਿ ਉਹ ਪ੍ਰੋਗਰਾਮ ਨੇ ਅਤੇ ਉਹਨਾਂ ਦਾ ਪੇਸ਼ਾ ਹੈ ਕਿ ਉਹ ਮਿਊਜ਼ੀਸ਼ੀਅਨ ਨੇ, ਉਹ ਮਿਊਜ਼ਿਕ ਇੱਥੇ ਪਲੇ ਕਰਨ ਵਾਸਤੇ ਆਏ ਸੀਗੇ, ਪਰ ਲੇਕਿਨ ਮੁਲਤਵੀ ਕਰ ਦਿੱਤਾ ਗਿਆ ਜੋ ਕਿਸਾਨਾਂ ਦੇ ਵਿਰੋਧ ਤੋਂ ਬਾਅਦ। ਪੂਰੇ ਪੈਲੇਸ ਨੂੰ ਅਸੀਂ ਦੇਖਿਆ, ਪੂਰਾ ਪੈਲੇਸ ਜੋ ਹੈ ਉਹ ਖਾਲੀ ਪਿਆ ਹੋਇਆ ਹੈਗਾ। ਇੱਥੇ ਕੋਈ ਵੀ ਇਵੈਂਟ ਦੀ ਕੋਈ ਲੱਗ ਨਹੀਂ ਰਿਹਾ ਕਿ ਕੋਈ ਇੱਥੇ ਇਵੈਂਟ ਹੋਣਾ ਸੀਗਾ, ਪਰ ਲੇਕਿਨ ਇੱਥੇ ਜੋ ਮੈਨੇਜਰ ਨੇ ਉਹ ਸਾਨੂੰ ਇੱਥੇ ਮਿਲੇ ਨੇ, ਇਹਨਾਂ ਦੇ ਨਾਲ ਅਸੀਂ ਗੱਲਬਾਤ ਕਰ ਰਹੇ ਨੇ। ਸਰ, ਇੱਥੇ ਕੀ ਇਵੈਂਟ ਕੀ ਆਰਗੇਨਾਈਜ਼ ਕੀਤਾ ਜਾ ਰਿਹਾ? ਸਰ ਇੱਥੇ ਸਾਨੂੰ ਜਿਹੜਾ ਇਵੈਂਟ ਆਰਗੇਨਾਈਜ਼ ਕਰਵਾਇਆ ਸੀ ਇਹਨਾਂ ਨੇ ਕਿ ਕੋਈ ਸਿੰਗਿੰਗ ਦਾ ਕੰਪੀਟੀਸ਼ਨ ਟਾਈਪ ਸਾਡਾ ਹੋ ਰਿਹਾ ਬੱਚਿਆਂ ਦਾ। ਇਹ ਕਹਿ ਕੇ ਸਾਨੂੰ ਇੱਥੇ ਬੁਕਿੰਗ ਕਰਾਈ ਗਈ ਸੀ ਤੇ ਸਾਨੂੰ ਇਹ ਨਹੀਂ ਕਿਹਾ ਗਿਆ ਸੀ ਕੋਈ ਬੀਜੇਪੀ ਦਾ ਫੰਕਸ਼ਨ ਹੈ ਜਾਂ ਕੁਝ। ਧੋਖੇ 'ਚ ਕਿਉਂ ਰੱਖਿਆ ਗਿਆ? ਸਰ ਇਹ ਤਾਂ ਸਾਨੂੰ ਨਹੀਂ ਪਤਾ ਹੁਣ ਕੀ ਹੈ ਮੈਡਮ ਦਾ। ਸਾਨੂੰ ਐਕਚੁਅਲ ਦੇ ਵਿੱਚ ਹੈ ਹੀ ਸੀਗਾ ਬੀਜੇਪੀ ਦਾ ਜਾਂ ਫਿਰ ਬਣਾਇਆ ਗਿਆ ਜਾਂ ਕੀ ਸੀਗਾ? ਸਰ ਸਾਡੇ ਕੋਲ ਤਾਂ ਐਂਡ ਤੱਕ ਵੀ ਹੁਣ ਇੱਥੇ ਮਿਊਜ਼ੀਸ਼ੀਅਨਸ ਵੀ ਸੀ, ਤੁਸੀਂ ਆਪ ਹੀ ਗੱਲ ਕੀਤੀ ਹੈ, ਉਹਨਾਂ ਨੂੰ ਵੀ ਬਾਹਰ ਪੇਰੈਂਟਸ ਵੀ ਤੁਸੀਂ ਮਿਲੇ ਹੋ ਸ਼ਾਇਦ, ਤੇ ਉਹਨਾਂ ਨੂੰ ਵੀ ਇਹੀ ਸੀਗਾ ਕਿ ਕੰਪੀਟੀਸ਼ਨ ਹੈ ਵੀ ਬੱਚਿਆਂ ਦਾ ਸਿੰਗਿੰਗ ਦਾ ਫੰਕਸ਼ਨ ਹੈਗਾ। ਫਿਰ ਇੱਕ ਜਿਹੜੇ ਕਿਸਾਨ ਬੈਠੇ ਨੇ, ਫਿਰ ਇਹਨਾਂ ਨੂੰ ਤੁਸੀਂ ਜਾ ਕੇ ਗੱਲਬਾਤ ਨਹੀਂ ਕੀਤੀ ਕਿ ਸਾਨੂੰ ਦੱਸਿਆ ਹੀ ਨਹੀਂ ਗਿਆਗਾ ਵੀ ਇੱਥੇ ਕੋਈ? ਅਸੀਂ ਗੱਲ ਕਰ ਚੁੱਕੇ ਹਾਂ ਪਰ ਉਹ ਗੱਲ ਸੁਣਨ ਨੂੰ ਤਿਆਰ ਹੀ ਨਹੀਂ ਹੈ। ਉਹ ਦਰਅਸਲ ਮੈਡਮ ਨਾਲ ਪਹਿਲੇ ਹੀ ਵਿਰੋਧ 'ਚ ਉਹ ਕੁਝ ਮੈਡਮ ਨੇ ਉਸ ਤੋਂ ਬਾਅਦ ਜਿਹੜੇ ਬਿਆਨ ਦਿੱਤੇ ਆ ਜਾਂ ਫੇਸਬੁੱਕ ਜੋ ਵੀ ਦਿੱਤਾ ਹੈ। ਇੱਥੇ ਇਹ ਵੀ ਦੱਸਿਆ ਜਾ ਰਿਹਾ ਬੀਜੇਪੀ ਪਾਰਟੀ ਜਿੰਦਾਬਾਦ ਦੇ ਨਾਰੇ ਵਗੈਰਾ ਲੱਗੇ ਨੇ, ਤਾਂ ਉਸ ਤੋਂ ਕਿਸਾਨ ਕਿਤੇ ਵਿਰੋਧ 'ਚ ਆਏ ਨੇ। ਨਹੀਂ ਸਰ, ਇੱਥੇ ਬੰਦੇ ਹੀ ਨਹੀਂ ਸੀਗੇ ਇੰਨੇ, ਤਾਂ ਜਿਹੜੇ ਨਾਰੇ ਲੱਗੇ ਬੰਦੇ ਆਏ ਸੀ ਇੱਥੇ? ਮੈਕਸਿਮਮ ਟੂ ਮੈਕਸਿਮਮ 8 ਤੋਂ 10 ਬੰਦੇ ਸੀਗੇ ਸਾਰੇ ਟੋਟਲ। ਮੈਕਸਿਮਮ 8 ਤੋਂ 10 ਬੰਦਿਆਂ ਦੇ ਵਿੱਚ ਤਾਂ ਪ੍ਰੋਗਰਾਮ ਹੀ ਨਹੀਂ ਹੋ ਸਕਦਾ। ਕੋਈ ਗੱਲ ਹੈ ਸਰ, ਆਪਾਂ ਤਾਂ ਇਹੀ ਕਿਹਾ 8 ਤੋਂ 10 ਬੰਦਿਆਂ ਦੇ ਵਿੱਚ ਪ੍ਰੋਗਰਾਮ ਕਿੱਦਾਂ ਹੋਊਗਾ? ਉਹ ਤਾਂ ਦੱਸ ਰਹੇ ਨੇ ਕਿ ਵੀ ਜੋ ਪ੍ਰੋਗਰਾਮ ਸੀਗਾ ਉੱਥੇ ਬੱਸ ਭਰ ਕੇ ਆਈ ਸੀਗੀ ਤੇ ਉਸ ਤੋਂ ਬਾਅਦ ਉਹਨਾਂ ਨੂੰ ਅਸੀਂ ਉੱਥੋਂ ਬਾਹਰ ਦੀ ਬਾਹਰ ਹੀ ਮਤਲਬ ਜਾਣ ਦਿੱਤਾ। ਅੰਦਰ ਹੋ ਸਕਦਾ ਹੈ ਕਿ ਸ਼ਾਇਦ ਐਂਟਰੀਆਂ 10 ਬੰਦਿਆਂ ਦੀ। ਸਰ ਅੰਦਰ ਤਾਂ ਐਂਟਰੀ ਕੋਈ ਹੋਈ ਨਹੀਂ ਸੀ, ਉਦੋਂ ਬੈਠੇ ਸੀ ਕਿਸਾਨ, ਆਪਾਂ ਨੂੰ ਨਹੀਂ ਪਤਾ ਹੁਣ ਬਾਹਰੋਂ। ਕਿੰਨੇ ਵਜੇ ਆ ਗਏ ਸੀਗੇ ਇੱਥੇ ਧਰਨੇ ਤੇ? ਇਹ 9:30 10 ਵਜੇ ਦੀ ਗੱਲ ਹੈ ਸਰ। ਇਵੈਂਟ ਦੇ ਵਿੱਚ ਸਿਰਫ ਤੁਹਾਨੂੰ ਇੰਨਾ ਹੀ ਕਲੀਅਰ ਕੀਤਾ ਗਿਆ ਸੀਗਾ ਕਿ ਇੱਥੇ ਸਿਰਫ ਇਹ ਕੋਈ ਸਿੰਗਿੰਗ ਦਾ ਇਵੈਂਟ ਹੈ। ਸਿੰਗਿੰਗ ਦਾ ਕੀ ਇਵੈਂਟ ਹੋਏਗਾ? ਕਿਉਂਕਿ ਉਹਦੇ ਵਿੱਚ ਕੁਝ ਨਾ ਕੁਝ ਤਾਂ ਸਮੂਲੀਅਤ ਵਗੈਰਾ ਜਾਂ ਕੋਈ ਹੋਰ ਬੀਜੇਪੀ ਪਾਰਟੀ ਦਾ ਆਗੂ ਜਾਂ ਕੁਝ ਗੱਲਬਾਤ ਤਾਂ ਕੁਝ ਤਾਂ ਕਲੀਅਰ ਹੋਈ ਹੋਊਗੀ। ਨਹੀਂ ਸਰ, ਨਹੀਂ, ਇਹਦੇ ਬਾਰੇ ਕੋਈ ਕਲੀਅਰ ਨਹੀਂ ਸਰ। ਤਾਂ ਬਿਲਕੁਲ ਦੇਖੋ, ਅਸੀਂ ਸਾਰੇ ਜੋ ਪੈਲੇਸ ਦੀ ਮੈਨੇਜਮੈਂਟ ਤੋਂ ਲੈ ਕੇ ਜੋ ਮਿਊਜ਼ੀਸ਼ੀਅਨ ਸੀਗੇ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕੀਤੀ ਹੈ। तमाम ਗੱਲਾਂ ਬਾਤਾਂ ਤੋਂ ਬਾਅਦ ਇਹ ਕਲੀਅਰ ਹੁੰਦਾ ਕਿ ਇੱਥੇ ਇਵੈਂਟ ਜ਼ਰੂਰ ਆਰਗੇਨਾਈਜ਼ ਹੋਣਾ ਸੀਗਾ, ਪਰ ਜੋ ਇਵੈਂਟ ਸੀ ਇਹ ਬੀਜੇਪੀ ਪਾਰਟੀ ਦੇ ਜੋ ਆਗੂ ਸੀ ਉਹਨਾਂ ਨੇ ਇੱਥੇ ਇਸ ਇਵੈਂਟ ਦੇ ਵਿੱਚ ਆਉਣਾ ਸੀ, ਤੇ ਜੋ ਦੂਸਰੀ ਸਮਾਜ ਸੇਵੀ ਸੰਸਥਾ ਦੀ ਜੋ ਚਲਾਉਂਦੇ ਨੇ ਵੀਨੂ ਗੋਇਲ, ਤੇ ਉਹਨਾਂ ਦੇ ਵੱਲੋਂ ਇਹ ਇਵੈਂਟ ਆਰਗੇਨਾਈਜ਼ ਕੀਤਾ ਜਾਣਾ ਸੀਗਾ। ਪਰ ਇਸ ਤੋਂ ਬਾਅਦ ਕੀ ਇਹ ਇਵੈਂਟ ਆਰਗੇਨਾਈਜ਼ ਕਰਨ ਇਸ ਤੋਂ ਪਹਿਲਾਂ ਕਿਸਾਨਾਂ ਨੇ ਆਪਣਾ ਵਿਰੋਧ ਜਤਾ ਦਿੱਤਾ, ਤੇ ਵਿਰੋਧ ਤੋਂ ਬਾਅਦ ਹੁਣ ਇਹਨਾਂ ਨੂੰ ਆਪਣੇ ਪ੍ਰੋਗਰਾਮ ਨੂੰ ਮੁਲਤਵੀ ਕਰਨਾ ਪਿਆ। ਸਹਿਯੋਗੀ ਗੌਰਵ ਦੇ ਨਾਲ ਗੌਤਮ ਕੁਮਾਰ, ਤੁਸੀਂ ਵੇਖ ਰਹੇ ਹੋ ਔਨ 에ਅਰ ਬਠਿੰਡਾ। भारतीय जनता पार्टी जिंदाबाद, भारतीय जनता पार्टी जिंदाबाद। ਉਹਨਾਂ ਦੇ ਖਾਤਿਆਂ 'ਚ ਸਿੱਧੇ ਪੈਸੇ ਪਾਏ ਆ। ਚਾਹੇ ਕਰੋਨਾ ਦੇ ਵਿੱਚ ਗਰੀਬ ਕਲਿਆਣ ਯੋਜਨਾ ਦੀ ਮਦਦ ਕੀਤੀ ਹੈ, ਤਾਂ 2013 ਤੋਂ ਲਗਾਤਾਰ ਉਹਨਾਂ ਦੀਆਂ ਨੀਤੀਆਂ ਜਿਹੜੀਆਂ ਉਹ ਸਮਾਜ ਸੇਵੀ ਰਹੀਆਂ ਹੈਗੀਆਂ, ਤੇ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਮੈਂ ਇਹਨੂੰ ਪੂਰੀ ਤਰ੍ਹਾਂ ਸਮਰਪਿਤ ਹਾਂ ਇਸ ਪਾਰਟੀ ਨੂੰ, ਔਰ ਇਹਨਾਂ ਦਾ ਪੂਰਾ ਸਮਰਥਨ ਕਰਦੀ ਹਾਂ। ਔਰ ਮੈਨੂੰ ਇਸ ਕਹਿਣ 'ਚ ਕੋਈ ਦੁਹਰਾਈ ਨਹੀਂ ਕਿ ਅੱਜ ਇੱਥੇ ਅਸੀਂ ਜਿਹੜਾ ਪ੍ਰੋਗਰਾਮ ਰੱਖਿਆ ਉਹ ਸੂਫੀ ਸੰਗੀਤ ਤੇ ਕਲਾਸਿਕ ਪ੍ਰੋਗਰਾਮ ਰੱਖਿਆ ਸੀ, ਗੀਤ ਸੰਗੀਤ ਦਾ, ਤੇ ਨਾਲ ਹੀ ਅਸੀਂ ਇੱਥੇ ਅੱਜ 300 ਤੋਂ 400 ਪਰਿਵਾਰ ਹੈ ਜਿਹੜੇ ਉਹਨਾਂ ਨੂੰ ਸ਼ਾਮਲ ਕਰਨਾ ਸੀ ਬੀਜੇਪੀ ਦੇ ਵਿੱਚ। ਤੇ ਇੱਥੇ ਜਿਹੜੀ ਸਾਡੇ ਪ੍ਰਧਾਨ ਜੀ ਅਸ਼ਵਨੀ ਸ਼ਰਮਾ ਜੀ ਨੇ ਵੀ ਪਹੁੰਚਣਾ ਸੀ ਪਿਛਲੀ 7 ਤਰੀਕ ਨੂੰ, ਪਰ ਜੋ ਉਹਨਾਂ ਦਾ ਦਿੱਲੀ ਕਾਰਜਕ੍ਰਮ ਪ੍ਰੋਗਰਾਮ ਸਾਡਾ 10 ਵਜੇ ਸ਼ੁਰੂ ਹੋਣਾ ਸੀ, 9 ਵਜੇ ਜਿਹੜੇ ਆਪਣੇ ਆਪ ਨੂੰ ਕਹਿੰਦੇ ਕਿਸਾਨ ਲੋਕ ਨੇ, ਤੇ ਮੈਂ ਨਹੀਂ ਮੰਨਦੀ ਕਿ ਕਿਸਾਨ ਤਾਂ ਸਾਡੇ ਬਹੁਤ ਚੰਗੇ ਨੇ ਔਰ ਕਿਸਾਨਾਂ ਦੇ ਅਸੀਂ ਹੈ, ਔਰ ਕਿਸਾਨਾਂ ਦੀ ਅਸੀਂ ਹਮੇਸ਼ਾ ਹੀ, ਕਿਉਂਕਿ ਅੰਨਦਾਤਾ ਨੇ, ਉਹਨਾਂ ਨੂੰ ਪ੍ਰਣਾਮ ਕਰਦੇ ਰਵਾਂਗੇ। ਪਰ ਇਹਦੇ ਵਿੱਚ ਕੁਝ ਸ਼ਰਾਰਤੀ ਤੱਤਵ ਨੇ ਜੋ ਉਕਸਾਉਂਦੇ ਨੇ ਇਸ ਤਰ੍ਹਾਂ ਦਾ ਵੀ ਕਿ ਅਸੀਂ ਆਜ਼ਾਦ ਦੇਸ਼ ਦੇ ਵਿੱਚ ਰਹਿੰਦੇ ਹਾਂ ਤੇ ਲੋਕਤੰਤਰ ਦੇਸ਼ ਦੇ ਵਿੱਚ ਰਹਿੰਦੇ ਹਾਂ। ਸਾਡੇ ਨੌਜਵਾਨਾਂ ਨੇ, ਸਾਡੇ ਸ਼ਹੀਦਾਂ ਨੇ ਕਿੰਨੀਆਂ ਕੁਰਬਾਨੀਆਂ ਦੇ ਕੇ ਇਸ ਦੇਸ਼ ਨੂੰ ਆਜ਼ਾਦ ਕਰਾਇਆ। ਸਭ ਨੂੰ ਆਪਣੀ ਗੱਲ ਰੱਖਣ ਦਾ ਹੱਕ ਹੈ, ਕਿਸਾਨਾਂ ਨੂੰ ਵੀ ਆਪਣੀ ਗੱਲ ਰੱਖਣ ਦਾ ਹੱਕ ਹੈ। ਜਿਹੜਾ ਵਰਗ ਕਮਜ਼ੋਰ ਹੈ ਜਾਂ ਕਿਸੇ ਕੋਲ ਅਤਿਆਚਾਰ ਹੋ ਰਿਹਾ ਉਹਨੂੰ ਵੀ ਆਪਣੀ ਗੱਲ ਰੱਖਣ ਦਾ ਹੱਕ ਹੈ। ਪਰ ਸਾਡੇ ਵਰਗੇ ਲੋਕ, ਅਗਰ ਅਸੀਂ ਵੀ ਇਸੇ ਧਰਤੀ ਤੇ ਜਨਮ ਲਿਆ, ਅਸੀਂ ਕੋਈ ਪ੍ਰੋਗਰਾਮ ਕਰਦੇ ਹਾਂ, ਚਾਹੇ ਵਿਆਹ ਦਾ, ਸ਼ਾਦੀ ਦਾ, ਸਾਡੀ ਸੰਸਥਾ ਦਾ, ਬੈਠ ਸਕਦੀ, ਉਹ ਵੀ ਪ੍ਰੋਗਰਾਮ ਕਰ ਸਕਦੀ ਹੈ, ਇਹ ਵੀ ਆਪਣੇ ਸਮਾਗਮ ਕਰ ਸਕਦੇ ਆ। ਪਰ ਉਹ ਸਮਾਗਮ ਨੂੰ ਰੋਕਣਾ ਮੈਂ ਕਹਿੰਦੀ ਹਾਂ ਬਿਲਕੁਲ ਗਲਤ ਹੈ। ਇਹ ਵੀ ਜਿਹੜੇ ਸਮਾਗਮ ਕਰਦੇ ਆ, ਜਿਹੜਾ ਵਿਦਰੋਹ ਕਰਦੇ, ਇਹਨਾਂ ਨੂੰ ਵੀ ਕਿਸੇ ਨੇ ਨਹੀਂ ਰੋਕਿਆ। ਮੈਂ ਕਹਿੰਦੀ ਹਾਂ ਮੋਦੀ ਜੀ ਵਰਗਾ ਕੋਈ ਪ੍ਰਧਾਨ ਮੰਤਰੀ ਨਹੀਂ ਹੋਣਾ ਜਿਨ੍ਹਾਂ ਨੇ ਹਮੇਸ਼ਾ ਕਿਸੇ ਵੀ ਤਰ੍ਹਾਂ ਦਰਸੋ ਕੋਈ ਇਹਨਾਂ ਤੇ ਡੰਡੇ ਬਰਸਾਏ ਹੋਣ, ਕੋਈ ਇਹਨਾਂ ਦੇ ਨਾਲ ਸਖਤੀ ਕੀਤੀ ਹੋਵੇ, ਉਹਨਾਂ ਨੇ ਕਦੇ ਵੀ ਨਹੀਂ ਕੀਤੀ। ਪਰ ਜਿਹੜੇ ਤੁਸੀਂ ਇਨਵੀਟੇਸ਼ਨ ਦਿੱਤੇ ਆ ਜਿਹੜੇ ਪਰਿਵਾਰਾਂ ਨੂੰ, ਉਹਨਾਂ ਨੇ ਗੱਲ ਕੀ ਹੈ ਵੀ ਸਾਨੂੰ ਸਿਰਫ ਇਹ ਕਿਹਾ ਗਿਆ ਕਿ ਇੱਥੇ ਸੂਫੀ ਪ੍ਰੋਗਰਾਮ ਹੈ। ਦੇਖੋ, ਜਿਹੜਾ ਪ੍ਰੋਗਰਾਮ ਹੈ ਇਹ ਸੂਫੀ ਪ੍ਰੋਗਰਾਮ ਹੈ। ਪਹਿਲਾਂ ਮੈਂ ਆਪਣੀ ਪਹਿਲੀ ਗੱਲ 'ਚ ਹੀ ਕਿਹਾ ਇਹ ਸੰਗੀਤ ਦਾ ਪ੍ਰੋਗਰਾਮ ਹੈ, ਲੇਕਿਨ ਜਿਹੜੇ ਮੇਰੇ ਉਹ ਸਾਰੀ ਪਬਲਿਕ ਹੈ ਜਿਹੜੀ ਉਹ ਸੰਗੀਤ ਦੇ ਪ੍ਰੋਗਰਾਮ ਤੇ ਤੁਸੀਂ ਦੇਖਿਓ ਉੱਤੇ 2000 ਲੋਕਾਂ ਦਾ ਤੁਸੀਂ ਇਹ ਵੀ ਗੱਲ ਕਹੀ ਹੈ ਨਾ ਵੀ ਤੁਸੀਂ ਕਈ ਪਰਿਵਾਰਾਂ ਨੂੰ ਸ਼ਾਮਲ ਕਰਾਉਣਾ ਸੀ ਬੀਜੇਪੀ। ਉਹ ਮੇਰੀ ਜਿਹੜੀ ਹੈ ਮੇਰੀ 2-3 ਦਿਨ ਪਹਿਲਾਂ ਗੱਲ ਹੋਈ ਹੈ, ਜਿਹੜੇ ਜਦੋਂ ਅੱਜ ਦੇ ਪ੍ਰੋਗਰਾਮ ਦੀ ਗੱਲ ਜਿਹੜੇ ਮੇਰੇ ਲਿੰਕ ਮੇਰੇ ਪਰਿਵਾਰ ਹੈ
ਉਹਨਾਂ ਨੇ ਮੇਰੇ ਅੱਗੇ ਜ਼ਾਹਿਰ ਕੀਤਾ ਕਿ ਮੈਡਮ ਜਿਸ ਪਾਰਟੀ 'ਚ ਤੁਸੀਂ ਗਏ ਹੋ ਅਸੀਂ, ਮੈਂ ਕਿਹਾ ਫਿਰ ਠੀਕ ਹੈ, ਮੈਂ ਗੈਸਟ ਬੁਲਾਏ ਹੋਏ ਆ ਔਰ ਮੇਰੇ ਇਸ ਪ੍ਰੋਗਰਾਮ ਦੇ ਵਿੱਚ ਗੈਸਟ ਆ ਰਹੇ ਆ, ਬੀਜੇਪੀ ਦੇ ਵੱਡੇ ਲੀਡਰ ਆ ਰਹੇ ਆ, ਕਿਉਂ ਨਾ ਮੈਂ ਤੁਹਾਨੂੰ ਉਹਨਾਂ ਤੋਂ ਹੀ ਟਰੋਫੀ ਪਵਾ ਦੂੰਗੀ। ਤਾਂ ਉਹਨਾਂ ਨੇ ਹਾਮੀ ਭਰੀ, ਉਹਨਾਂ ਨੇ ਮੈਂ ਇੱਥੇ ਬੁਲਾ ਲਿਆ। ਹੁਣ ਗੈਸਟ ਆ ਰਹੇ ਨੇ ਤੁਹਾਡੇ? ਗੈਸਟ ਤਾਂ ਆਪਣੇ ਰਸਤੇ 'ਚ ਹੀ ਹੈ ਜੀ, ਆ ਵੀ ਰਹੇ ਆ। ਹੁਣ ਬਾਹਰ ਕੀ ਮਾਹੌਲ ਹੈ?